वाहिगुरू जी का खालसा वाहिगुरू जी की फतेह। प्यारी संगत प्यारे दर्शकों एक बारी फिर तुहाडा बहुत निੱਘਾ स्वागत त्रिंजन शो ਦੇ ਉੱਤੇ। ਜੇ ਤੁਸੀਂ ਪਿਛਲੇ ਹਫਤੇ ਦੇਖ ਰਹੇ ਸੀਗੇ ਤਾਂ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਮੀਨਾਕਸ਼ੀ ਦੇ ਨਾਲ ਗੱਲਾਂ ਕਰ ਰਹੇ ਸੀਗੇ ਆਯੁਰਵੇਦਾ ਬਾਰੇ। ਸਾਡੀਆਂ ਹਰ ਸ਼ੋਅ ਦੇ ਵਿੱਚ ਮੈਂ ਇੱਦਾਂ ਕਹਿੰਦੀ ਹਾਂ ਕਿ ਸਾਡੀਆਂ ਗੱਲਾਂ ਨਹੀਂ ਮੁੱਕਦੀਆਂ ਪਰ ਸਾਡਾ ਟਾਈਮ ਮੁੱਕ ਜਾਂਦਾ। ਸੋ ਥੋੜ੍ਹਾ ਜਿਹਾ ਅਸੀਂ ਜਲਦੀ ਸਾਨੂੰ ਆਪਣੀਆਂ ਗੱਲ ਕੱਟਣੀ ਪਈ ਵਿੱਚ ਜਿਹੜੀ ਅਸੀਂ ਕਰਦੇ ਸੀਗੇ, ਪਰ ਉਹ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਅਸੀਂ ਹੋਰ ਪਿੱਛੇ ਮਾੜਾ ਜਿਹਾ ਗੱਲ ਕਰੀਏ। ਤੁਸੀਂ ਲਾਸਟ ਵੀਕ ਦੱਸਿਆ ਸੀਗਾ ਕਿ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਵੱਡਾ ਇਨਫਲੂਐਂਸ ਸੀਗਾ ਤੁਹਾਡੀ ਇਹ ਜਰਨੀ ਦੇ ਉੱਤੇ। ਅਸੀਂ ਕਹਿ ਸਕਦੇ ਹਾਂ ਤੁਹਾਡਾ ਇਹ ਡਿਸੀਜਨ ਆਯੁਰਵੇਦਾ ਜੋ ਵੀ ਤੁਸੀਂ ਉਹਨੂੰ ਨਾਮ ਦੇਣਾ ਚਾਹੁੰਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਵੱਡਾ ਇਨਫਲੂਐਂਸ ਸੀਗਾ। ਤੇ ਆਪਾਂ ਬਹੁਤ ਛੇਤੀ from there we went on to the doshas and the elements, but if we just recap a little bit about ਇੱਕ ਤਾਂ ਤੁਹਾਡਾ ਇੰਟਰਸਟ ਤੁਸੀਂ ਦੱਸਿਆ ਕਿ ਫਾਦਰ ਸਾਹਿਬ ਦਾ ਬਹੁਤ ਇਨਫਲੂਐਂਸ ਸੀਗਾ ਤੇ ਉਹਨਾਂ ਬਾਰੇ ਥੋੜੀ ਜੀ ਗੱਲ ਹੋਰ ਕਰੀ। I was so interested. He just seemed like this amazing character. Oh, you know what? Well. Thank you. Yeah. He really was, and I think on that jira influence, I think it's because of Dad that I studied Ayurveda in the end. Like I said earlier on the ਕਦੀ ਆਯੁਰਵੇਦਾ ਲਫ਼ਜ਼ ਨਹੀਂ ਕਦੀ ਵੀ ਯੂਜ਼ ਕੀਤਾ ਸੀ। I don't think ਉਹਨਾਂ ਨੂੰ ਪਤਾ ਵੀ ਸੀ ਕਿ ਆਯੁਰਵੇਦਾ ਐਕਚੁਅਲ ਚੀਜ਼ ਕੀ ਹੈ। He didn't know, but ਉਹ ਜਿਹੜੇ ਪ੍ਰਿੰਸੀਪਲਸ ਨੂੰ ਫੋਲੋ ਕਰਦੇ ਸੀ। Now I realize after studying ਕਿ actually oh my god ਉਹ ਤਾਂ ਆਯੁਰਵੈਦਿਕ ਪ੍ਰਿੰਸੀਪਲਸ ਤੋਂ ਸ਼ੁਰੂ ਤੋਂ ਹੀ ਫੋਲੋ ਕਰਦੇ ਸੀ ਬਿਨਾਂ ਜਾਣਦੇ ਹੋਏ। ਬਿਨਾਂ ਜਾਣਦੇ ਤੁਸੀਂ ਹਾਂਜੀ so I ਨਹੀਂ ਕਿਉਂਕਿ ਮੈਨੂੰ ਯਾਦ ਆ ਰਿਹਾ ਕਿ ਲਾਸਟ ਵੀਕ ਤੁਸੀਂ ਕਹਿ ਰਹੇ ਸੀਗੇ ਕਿ ਸਿਰਫ ਉਹ ਨਹੀਂ ਪਰ ਉਹਨਾਂ ਦੀ ਫੈਮਿਲੀ ਵੀ ਸਾਰੀ ਇਹ ਮਤਲਬ ਕਿ ਤੁਸੀਂ ਲਾਸਟ ਵੀਕ ਇਹ ਵੀ ਵਰਡ ਯੂਜ਼ ਕੀਤਾ ਸੀ ਸੰਸਕਾਰ। ਇਟਸ ਸੋ ਮਚ ਲਾਈਕ ਕਿ ਤੁਹਾਡੇ ਫੈਮਿਲੀ ਦੇ ਤੁਹਾਡੇ ਫਾਦਰ ਸਾਹਿਬ ਦੇ ਵਿੱਚ ਇਹ ਉਹਨਾਂ ਦੇ ਸੰਸਕਾਰ ਇਸ ਤਰ੍ਹਾਂ ਦੇ ਸੀ ਕਿ ਹਰ ਚੀਜ਼ ਨੂੰ ਇਸ ਢੰਗ ਦੇ ਨਾਲ ਗੌਰ ਦੇ ਨਾਲ ਦੇਖਣਾ ਸੀ ਐਂਡ ਦੈਟ influenced you heavily. ਫਿਰ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਵੀ ਦੱਸਿਆ ਸੀਗਾ ਕਿ ਜਦੋਂ ਤੁਸੀਂ ਠੀਕ ਨਹੀਂ ਸੀ ਮਹਿਸੂਸ ਕਰਦੇ ਤੁਹਾਡੀ ਤਬੀਅਤ ਠੀਕ ਨਹੀਂ ਸੀ and you couldn't find your answers from other places. ਇਹ ਵੀ ਤੁਸੀਂ ਦੱਸਿਆ ਸੀਗਾ and I think you said that even ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਜੀ ਉਹ ਦੱਸਦੇ ਹੁੰਦੇ ਸੀਗੇ ਕਿ ਅਗਰ ਉਹ ਠੀਕ ਨਹੀਂ ਸੀ ਤਾਂ ਉਹਨਾਂ ਨੇ ਹਕੀਮ ਦੇ ਕੋਲ ਜਾਣਾ। yes so that's where it started. I think ਉਹਨਾਂ ਦਾ ਜਰਨੀ ਉੱਥੋਂ ਹੀ ਸ਼ੁਰੂ ਹੋਇਆ। I think ਉਹਨਾਂ ਦੀ ਫੈਮਿਲੀ ਤੋਂ ਵੀ ਇਨਫਲੂਐਂਸ ਸੀ but I think when it comes to health unfortunately ਸਾਨੂੰ ਉਦੋਂ ਹੀ ਗਿਆਨ ਮਿਲਦਾ ਜਦੋਂ ਅਸੀਂ ਆਪ ਸਫਰ ਕਰਦੇ ਹਾਂ। so I think ਬਚਪਨ ਤੋਂ ਡੈਡ ਨੂੰ ਵੀ ਕਦੀ ਕਦੀ ਪੇਟ ਖਰਾਬ nothing serious but just imbalances. But the difference between dad and maybe other people is dad ਹਮੇਸ਼ਾ ਸੋਚਦੇ ਸੀ ਕਿਉਂ ਹੋ ਰਿਹਾ not ਕਿ ਮੇਰਾ ਇਹ ਠੀਕ ਨਹੀਂ ਹੈਗਾ ਇਹ ਠੀਕ ਹੋ ਜੇ ਪਰ ਇਹ ਠੀਕ ਕਿਉਂ ਨਹੀਂ ਹੈਗਾ। and I think because of ਹਕੀਮ ਕੋਲ ਜਾਂਦੇ ਸੀ in those days ਹਕੀਮ ਸਮਝਾਉਂਦੇ ਸੀ ਕਿ just like I ਹੋ ਰਿਹਾ। Hakeem would say you're doing this you're doing that as tarah khai kar as tarah khai do this do that thoda halka khai kar as time te thoda heavy whatever he used to say but ਉਸ time there Hakeem used to give us this advice ਹਾਂਜੀ and I think that was I think the seed for him. so ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੇ ਆਪ ਨੂੰ ਸਮਝਿਆ ਆਪਣੇ ਪੇਟ ਨੂੰ ਸਮਝਿਆ ਆਪਣੀ ਅਗਨੀ ਨੂੰ ਸਮਝਿਆ ਕਿ ਕਿਸ ਤਰ੍ਹਾਂ ਇਹਨੂੰ ਬੈਲੈਂਸ ਲਿਆਉਣਾ and that lasted throughout his lifetime and filtered into your life. I mean I gave you one example when he would say ਖਾਦੇ ਤੇ ਨਹੀਂ ਖਾਣਾ। ਇਹ ਮੈਂ ਗੱਲ ਕਹਿਣ ਲੱਗੀ ਸੀ ਕਿ ਪਿਛਲੇ ਹਫਤੇ ਅਸੀਂ ਤੁਹਾਨੂੰ ਇਹ ਦੱਸਿਆ ਸੀਗਾ ਜੋ ਕਿ ਮੀਨਾ ਦੇ ਫਾਦਰ ਸਾਹਿਬ ਦੇ ਲਫ਼ਜ਼ ਨੇ ਜਾਂ ਖਾਦੇ ਤੇ ਨਹੀਂ ਖਾਣਾ ਤੇ ਹੁਣ ਵੀ ਤੁਸੀਂ ਕਿਹਾ ਕਿ ਜਿੰਨੀ ਦੇਰ ਆਪਣੇ ਆਪ ਤੇ ਨਹੀਂ ਬੀਤਦੀ ਉਨੀ ਦੇਰ ਬੰਦਾ ਗੌਰ ਨਹੀਂ ਕਰਦਾ। ਜਿਵੇਂ ਪੰਜਾਬੀ 'ਚ ਇੱਕ ਕਹਾਵਤ ਆ ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਸੋ ਜਦੋਂ ਤੱਕ ਸਾਡੇ ਤੇ ਨਹੀਂ ਬੀਤਦੀ ਉਨੀ ਦੇਰ ਸਾਨੂੰ ਨਹੀਂ ਪਤਾ ਲੱਗਦਾ। and so ਉਹ ਫਿਰ ਉਹਨਾਂ ਨੇ ਫਿਰ understand ਕੀਤਾ ਆਪਣੀ body ਨੂੰ and there's so many ਕਹਾਵਤਾਂ ਮੈਨੂੰ ਹੁਣ ਯਾਦ ਆ ਰਹੀਆਂ। he would say not ਕਹਾਵਤ ਸਮਝ ਹਾਂਜੀ ਗੱਲਾਂ ਉਹਨਾਂ ਦੀਆਂ ਤੁਸੀਂ he would say for example just first ਕਰੋ ਅਸੀਂ ਕਿਤੇ ਫੰਕਸ਼ਨ ਤੇ ਗਏ ਤੇ ਉਹਨਾਂ ਨੇ ਪੇਟ ਭਰ ਕੇ ਖਾਣਾ ਖਾ ਲਿਆ ਫਿਰ ਡਿਨਰ। ਉਹਨੇ ਕਹਿਣਾ ਅੱਜ ਜ਼ਿਆਦਾ ਖਾ ਹੋ ਗਿਆ ਹੁਣ ਮੈਂ ਕੱਲ ਸਵੇਰੇ 12 ਵਜੇ ਤੱਕ ਕੁਛ ਨਹੀਂ ਖਾਣਾ। ਸੋ ਉਹਨਾਂ ਨੂੰ ਪਤਾ ਸੀਗਾ ਨਾ ਮੈਂ ਨਹੀਂ ਕਹਿ ਰਹੀ ਹੁਣ ਸਾਰੇ ਦਰਸ਼ਕਾਂ ਨੂੰ ਕਰਨਾ ਚਾਹੀਦਾ। But we do this don't they? This is quite a modern concept of like fasting of not eating for so many hours and then so what you're saying is ਕਿ ਇਹ ਸਾਰਾ ਗਿਆਨ ਪੁਰਾਣਾ ਆ ਸਾਰਾ ਗਿਆਨ it is all this ਗਿਆਨ all this ancient it's all not so ਉਹਨਾਂ ਨੂੰ ਪਤਾ ਸੀ ਕਿ ਹੁਣ ਹੈਵੀ ਖਾ ਲਿਆ ਨੈਕਸਟ ਮੀਲ ਤੇ ਥੋੜਾ ਲਾਈਟ ਖਾਣਾ and this is what actually Ayurveda advocates
ਉਹ ਕਹਿੰਦੇ ਆਪਣੀ ਅਗਨੀ ਨੂੰ ਦੇਖੋ ਐਂਡ ਇਟਸ ਇੰਪੋਸੀਬਲ ਐਂਡ ਅਸੀਂ ਕਹਿ ਸਕਦੇ ਕਿ ਤੁਸੀਂ ਕਦੇ ਹੈਵੀ ਨਾ ਖਾਓ ਤੁਸੀਂ ਕਦੀ ਬਾਹਰਲਾ ਨਾ ਖਾਓ ਤੁਸੀਂ ਕਦੀ ਫੰਕਸ਼ਨ ਤੇ ਨਹੀਂ ਜਾਓ ਐਂਡ ਇਟਸ ਇੰਪੋਸੀਬਲ ਵੀ ਕਾਂਟ ਡੂ ਦੈਟ ਬੈਲੈਂਸ ਦੇ ਵਿੱਚ ਲੈ ਕੇ ਬੈਲੈਂਸ ਆਉਣਾ ਹਾਂ ਸੋ ਜੇ ਤੁਸੀਂ ਹੁਣ ਜ਼ਿਆਦਾ ਖਾ ਥੋੜਾ ਲਿਆ ਬਦਪਰੇਜ਼ੀ ਹੋ ਗਈ next meal ਤੇ ਦੇਖੋ next meal and bring it back into balance again ਇਸ ਤਰ੍ਹਾਂ ਆਯੁਰਵੇਦ ਸਿਖਾਉਂਦਾ is it hard to do then is it very disciplined I think perhez ਹਾਂਜੀ I think you definitely need to be able to control especially if something is not good for you and ਜੇ ਤੁਹਾਡਾ ਆਯੁਰਵੈਦਿਕ ਕੰਸਲਟੈਂਟ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਤੁਹਾਡਾ ਰੂਟੀਨ ਹੈ ਉਹ ਤੁਹਾਨੂੰ ਨਹੀਂ ਸੂਟ ਕਰ ਰਿਹਾ ਜਿੰਨੀ ਦੇਰ ਤੁਸੀਂ ਉਹ ਨਹੀਂ ਚੇਂਜ ਕਰੋਗੇ ਉਹ ਪ੍ਰੋਬਲਮਸ ਬੋਡੀ ਦੇ ਵਿੱਚ ਕਿਸੇ ਤਰ੍ਹਾਂ ਮੈਨੀਫੈਸਟ ਹੋ ਹੀ ਹੁੰਦੀਆਂ ਰਹਿੰਦੀਆਂ ਨੇ ਪਰ ਜੇ what would you say to people like me ਜਿਹੜੇ ਪਰਹੇਜ਼ I don't want to say ਪਰਹੇਜ਼ ਕਰ ਨਹੀਂ ਸਕਦੇ ਕਰ ਤਾਂ ਅਸੀਂ ਸਾਰਾ ਕੁਝ ਹੀ ਸਕਦੇ ਹਾਂ ਪਰ ਜਿਹੜੇ ਪਰਹੇਜ਼ ਅਗਰ ਕੋਈ ਕਹੇ ਕਿ ਮੇਰੇ ਤੋਂ ਪਰਹੇਜ਼ ਨਹੀਂ ਹੁੰਦਾ what would you say to that person I would say ਬਸ baby steps that's what I do ਮੇਰੇ majority of clients ਜਿਹੜੇ ਮੇਰੇ ਕੋਲ ਆਉਂਦੇ ਆ most of them have not been on an Ayurvedic protocol before it's very new to them and ਜੇ ਮੈਂ ਇੱਕਦਮ ਉਹਨਾਂ ਨੂੰ ਕਹਾਂ ਕਿ ਹੁਣ ਸਾਰਾ ਕੁਝ ਇਕੱਠਾ ਕਰੋ ਜਾਂ ਆਹ ਸਾਰਾ ਕੁਝ ਕਰੋ ਜਾਂ ਤੁਹਾਡਾ ਰੂਟੀਨ ਇੱਕਦਮ ਸਾਰਾ ਕੁਝ ਚੇਂਜ ਕਰੋ ਉਹਨਾਂ ਨੇ ਮੁੜ ਕੇ ਮੇਰੇ ਕੋਲ ਆਉਣਾ ਹੀ ਨਹੀਂ and they're not going to do it actually in Ayurveda ਜੋ ਤੁਸੀਂ Ayurvedic text properly ਤੁਸੀਂ ਸਟੱਡੀ ਕਰਦੇ ਹੋ ਉਹ ਐਡਵਾਈਸ ਵੀ ਨਹੀਂ ਕਰਦੇ ਉਹ ਕਹਿੰਦੇ ਜੋ ਵੀ ਕਰਨਾ ਹੌਲੀ ਹੌਲੀ ਕਰੋ ਕਿਉਂਕਿ ਬੋਡੀ ਦੀ ਵੀ ਆਪਣੀ ਇੰਟੈਲੀਜੈਂਸ ਹੁੰਦੀ ਹੈ ਜੇ ਤੁਸੀਂ ਇੱਕਦਮ ਬੋਡੀ ਨੂੰ ਸ਼ੌਕ ਕਰੋਗੇ ਤਾਂ what's going to happen you're going to feel awful and it's not the right way slowly baby steps so ਤੁਹਾਡੇ ਰੂਟੀਨ ਦੇ ਵਿੱਚ ਅਸੀਂ ਥੋੜੇ tweaks ਕਰਦੇ ਥੋੜੇ changes ਅਸੀਂ ਲਿਆਉਂਦੇ ਤੁਹਾਡੀ diet ਦੇ ਵਿੱਚ ਨਾਲੇ what I do is I work with the client I'm saying that how much can you do like I will work with you ਜੇ ਮੈਂ ਤੈਨੂੰ ਕਹਾਂ ਤੂੰ ਆਪਣਾ ਸਾਰਾ ਜਿਹੜਾ ਤੁਹਾਡਾ ਫੂਡ ਪੈਟਰਨ ਹੈ ਜਿਹੜਾ ਤੁਸੀਂ ਯੂਜ਼ ਟੂ ਹੈ ਸਾਰਾ ਤੁਸੀਂ ਚੇਂਜ ਕਰੋ overnight you can't do it so I see what can I do with the foods that you're eating to match them together so that ਤੈਨੂੰ ਹਜ਼ਮ ਹੋ ਜਾਏ and get it time to ਖਾ ਲਿਆ I might say to you ਅੱਛਾ ਕੁਝ ਜਿਹੜਾ ਤੂੰ ਸ਼ਾਮ ਦਾ ਖਾਣਾ ਇਹ ਖਾ ਰਿਹਾ ਨਾ ਤੂੰ ਦੁਪਹਿਰ ਨੂੰ ਖਾ ਲਾ ਦੁਪਹਿਰ ਨੂੰ ਜਦੋਂ ਤੇਰਾ ਹਾਜਮਾ ਤੇਰਾ ਸਟਰੋਂਗ ਹੈ ਇਹ ਮੈਂ ਪੁੱਛਣਾ ਸੀਗਾ ਕਿ ਇਹ ਸਾਡੇ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਹੈ ਜਿਹੜਾ ਸਾਡਾ ਹਾਜਮਾ ਹੈ ਇਹਦਾ ਵੀ ਕੋਈ ਟਾਈਮ ਹੁੰਦਾ ਕਿ very strong at a certain time and not so strong this is beautifully explained in Ayurveda sada hajma suraj nal linked hai it's amazing so if you think of the sun it's rising in the morning hanji it peaks at midday and then slowly it's setting right hanji ਇਸ ਤਰ੍ਹਾਂ ਹੀ ਸਾਡਾ digestive system ਹੈ so ਜਿਵੇਂ ਦਿਨ ਚੜ੍ਹਦਾ ਸੂਰਜ ਦੇ ਨਾਲ ਸਾਡਾ digestive system linked ਹੈ ਉਸ ਦੇ ਨਾਲ is linked so if you think about it when you wake up in the morning Suraj is not that strong it's still rising ਹਾਂਜੀ ਬਿਲਕੁਲ ਇਸ ਤਰ੍ਹਾਂ ਸਾਡਾ digestive system ਇੰਨਾ strong ਨਹੀਂ ਹੈ it's still rising so actually light breakfast ਖਾਣਾ ਚਾਹੀਦਾ light easy to digest meal ਖਾਣਾ ਚਾਹੀਦਾ ਹੁਣ ਜਿਸ ਤਰ੍ਹਾਂ Western ਅਸੀਂ ਸੁਣਿਆ I grew up this is why it's so confusing I grew up hearing breakfast like a king ਹਾਂਜੀ ਇਹ ਮੈਂ ਕਹਿਣ ਲੱਗੀ ਸੀ dine like a prince and dinner like a pauper sorry lunch like a prince eating dinner like a pauper so in Ayurveda it's ਇਹ ਅੰਗਰੇਜ਼ੀ ਦੀ ਕਹਾਵਤ ਆ have your breakfast like a king ਕਿ ਰਾਜੇ ਦੀ ਤਰ੍ਹਾਂ ਨਾਸ਼ਤਾ ਕਰੋ have your lunch like a prince ਕਿ ਆਪਣਾ ਜਿਹੜਾ ਤੁਹਾਡਾ ਲੰਚ ਹੈ ਦੁਪਹਿਰ ਦਾ ਮੀਲ ਆ ਉਹ ਇੱਕ ਕੀ ਕਹਿੰਦੇ ਆ ਰਾਜਕੁਮਾਰ ਦੀ ਤਰ੍ਹਾਂ ਹੋਣਾ ਚਾਹੀਦਾ and dinner like a pauper ਕਿ ਤੁਹਾਡਾ ਬਿਲਕੁਲ ਇੱਕ ਗਰੀਬ ਇਨਸਾਨ ਦੇ ਨਾਲ ਦੀ ਤਰ੍ਹਾਂ ਤੁਹਾਡਾ ਡਿਨਰ ਹੋਣਾ ਚਾਹੀਦਾ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਆਯੁਰਵੇਦਾ ਦੇ ਵਿੱਚ ਇਹ ਇਸ ਤੋਂ ਉਲਟ ਅਸੀਂ ਚੱਲਦੇ ਹਾਂ ਇਟਸ ਨਾਟ ਕੰਪਲੀਟਲੀ ਉਲਟ ਪਰ ਤੁਸੀਂ ਕਿਹਾ ਕਿ ਸੂਰਜ ਜਿਵੇਂ ਸੂਰਜ ਚੜ੍ਹਦਾ ਤਿਵੇਂ ਸਾਡਾ ਡਾਈਜੈਸਟਿਵ ਸਿਸਟਮ ਉਹਦੇ ਨਾਲ ਲਿੰਕਡ ਆ ਹੁਣ ਜਿੱਦਾਂ ਉਹ ਕਹਿੰਦੇ ਆ ਕਿ ਤੁਸੀਂ breakfast like a king and even now your digestive system is not active this is very so and this can be very controversial a lot of nutritionists still ਮੰਨਦੇ ਆ ਕਿ no ਸਾਨੂੰ ਪੇਟ ਭਰ ਕੇ ਖਾਣਾ ਚਾਹੀਦਾ ਸਵੇਰੇ actually no and ਜੇ ਤੁਸੀਂ ਆਪਣੇ own body ਦੇ I was going to say ਸਵੇਰੇ ਇੰਨੀ ਭੁੱਖ ਲੱਗਦੀ ਹੈ ਕਿ very few people are absolutely starving but lunch time ਤੇ ਸਾਨੂੰ ਭੁੱਖ ਲੱਗਦੀ ਹੈ all right time ਹੈ ਕਿਉਂਕਿ by that time ਸੂਰਜ ਆਪਣੇ peak ਤੇ ਹੁੰਦਾ so between 10 and 2 is pitta time ਅੱਛਾ in the morning is kapha time between 6 o'clock and 10 o'clock it's kapha time it's a bit heavy so and it's very cold and so it's a different sort of environment so ਅਸੀਂ ਠੰਡਾ
cereal खाने आ ਅਸੀਂ heavy ਖਾਣੇ ਆ ਚੀਜ਼ਾਂ ਸਾਡੀ digestion ਵਾਸਤੇ is not great. So Ayurveda says eat a warm light breakfast, and again I'm giving very general advice. ਹਾਂਜੀ ਅਸੀਂ diet the plan individual ਦੇ ਹਿਸਾਬ ਨਾਲ ਕਰਦੇ ਹਾਂ ਹਾਂਜੀ so one person's breakfast ਹੋ ਸਕਦਾ ਮੈਂ ਥੋੜਾ heavy ਕਿਸੇ ਹੋਰ ਨੂੰ suggest ਕਰਨਾ for another reason. ਪਰ ਨਾਲੇ But ਆਪਾਂ in general it should be a cooked light breakfast, and then have your main meal if you can at lunchtime. ਕਿਉਂਕਿ ਉਦੋਂ ਸੂਰਜ peak ਤੇ ਹੁੰਦਾ ਸਾਡਾ ਅਗਨੀ strong ਹੁੰਦਾ ਅਸੀਂ ਉਹ digest ਕਰ ਸਕਦਾ much better. So in the whole day that's the time ਤੇ ਸਾਡਾ digestion ਸਭ ਤੋਂ strong ਹੁੰਦਾ. But I will say unfortunately ਹੁਣ ਜਿਹੜੇ ਸਾਡੇ ਹੁਣ modern lifestyles are like very difficult and shift work ਹਾਂਜੀ and ਸਾਰੇ ਸਕੂਲ ਕੰਮਾਂ ਤੇ ਹੁੰਦੇ ਆ ਕਿਸ ਤਰ੍ਹਾਂ ਆਪਣੇ main meal lunch time ਤੇ ਖਾਣੇ ਨਹੀਂ ਖਾ ਸਕਦੇ. So this is where I use the wisdom of Ayurveda and I use our modern routine and make it easy. So then what's the compromise? ਫਿਰ ਇਸ ਤਰ੍ਹਾਂ ਕਰੋ ਕਿ ਤੁਸੀਂ dinner ਥੋੜਾ early ਖਾ ਲਓ ਕਿਉਂਕਿ ਜਿੰਨਾ ਤੁਸੀਂ late ਖਾਓਗੇ ਉਨਾ ਜ਼ਿਆਦਾ ਸਾਡਾ ਅਗਨੀ is going down ਉਨਾ ਜ਼ਿਆਦਾ ਹਜਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ. Yeah, so have it lighter. Or we are Ayurveda that have your dinner before sunset because that's the reason why. And are there different types of food? ਕੋਈ ਇਸ ਤਰ੍ਹਾਂ ਵੀ ਹੈ ਕਿ ਕੋਈ ਕਿਸਮ ਦੇ ਫੂਡ ਹੈ ਕਿ ਜਿਹੜੇ ਇਹ ਦਿਨ ਦੇ ਵਿੱਚ ਖਾਣੇ ਚਾਹੀਦੇ ਆ ਜਾਂ ਸ਼ਾਮ ਨੂੰ ਆ ਨਹੀਂ ਖਾਈਦਾ ਕਦੇ ਅਸੀਂ ਜਿਵੇਂ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਸ਼ਾਇਦ ਸੁਣਿਆ ਹੋਊਗਾ ਕਿ ਆ ਸ਼ਾਮ ਨੂੰ ਨਹੀਂ ਖਾਈਦਾ ਜਾਂ ਸਵੇਰੇ I don't know, I'm just making it up, but for an example's sake ਕਿ ਫਲ ਫਰੂਟ ਸਵੇਰੇ ਖਾਣੇ ਚਾਹੀਦੇ ਆ ਜਾਂ ਦਹੀਂ ਸ਼ਾਮ ਨੂੰ ਖਾਣਾ ਚਾਹੀਦਾ ਜਾਂ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਕੋਈ ਹੁੰਦੀਆਂ ਨੇ ਹੈਗੀਆਂ I mean there's some things like for example in general ਅਸੀਂ Ayurveda cold raw foods no ਨਹੀਂ recommend ਕਰਦੇ full stop. ਅਸੀਂ ਜੋ ਵੀ ਤੁਹਾਡਾ ਦੋਸ਼ਾ ਹੈ right regardless of dosha ਅਸੀਂ raw food ਕੱਚਾ ਹਾਂ so ਫਲ apart from fruits in the evening. So these things have like a thandi tasi, they have like ਹਾਂਜੀ ਤਸੀਰ ਜਿਹੜੀ ਠੰਡੀਆਂ ਤਸੀਰਾਂ uncooked raw or definitely ਸ਼ਾਮ ਨੂੰ ਨਹੀਂ ਖਾਂਦੀਆਂ but generally ਵੀ ਅਸੀਂ advise ਨਹੀਂ ਕਰਦੇ Ayurveda because it takes a lot for the gut to process that, to break it down. ਹੁਣ ਤੁਸੀਂ just ਸਮਝੋ ਜਦੋਂ ਤੁਸੀਂ ਕਿਸੇ ਚੀਜ਼ ਨੂੰ cook ਕਰਦੇ ਆ ਉਹਦੇ ਚ ਅਗਨੀ ਜਾਂਦਾ cook ਕਰਨ ਵਾਸਤੇ it's already partly cooked so the body can digest it easily. In Ayurveda we don't say you are what you eat. We say you are what you digest. This is a spin on my favorite kahavat jaisa ann vaisa man. Jaisa Punjabi ਚ ਕਹਿੰਦੇ ਆ ਕਿ what you almost not quite you are what you eat but your mind is what what you eat, what you put in your body, that's how your mind will be. jaisa ann vaisa man ਤੇ ਪੰਜਾਬੀ ਚ ਏਦਾਂ ਵੀ ਕਹਿੰਦੇ ਆ ਜੈਸਾ ਪਾਣੀ ਵੈਸਾ ਪ੍ਰਾਣੀ. So you the kind of person you are is based on the kind of things that you consume. That's exactly that. But and then taking that a step further. Now taking it a step further. Again, this is very controversial because you are what you digest. In the Western nutrition, not even allopathic, even in nutritionists, it's all about what you eat. So I just it's not about how you eat it, how your body digests it. Superfood nikliya aasari tusi kha lo. Or our new thing tusi nikliya everywhere and that's what they're doing and people are going crazy and they're thinking why am I not feeling better? Like why do I still ਥੋੜੀ ਦੇਰ ਲਈ they feel great ਫਿਰ ਮੁੜ ਕੇ ਉੱਥੇ ਆ ਜਾਂਦੇ ਆ because ਤੁਸੀਂ ਆਪਣਾ ਹਾਜ਼ਮਾ ਵੀ ਦੇਖੋ ਨਾ ਤੇ ਤੁਹਾਨੂੰ ਆ ਚੀਜ਼ਾਂ ਹਜ਼ਮ ਹੁੰਦੀਆਂ. That's why I say I don't like giving too much food advice as on a general platform like this because individual ਤੇ depend ਕਰਦਾ. Every individual is so different. ਕਿਸੇ ਦਾ very strong pitta agni that they can digest so much more. Sometimes they can even have cold salad. Some people can't. So individual that symptoms they get body type they get ਅਸੀਂ advise ਕਰਦੇ ਹਾਂ. But the most important thing is ਆਪਣਾ ਹਾਜ਼ਮਾ ਦੇਖੋ. Now it's most important that ਜੋ ਤੁਸੀਂ ਖਾਣੇ ਪੀਂਦੇ ਆ ਤੁਹਾਨੂੰ ਹਜ਼ਮ ਹੁੰਦਾ. ਜੇ ਹਜ਼ਮ ਨਹੀਂ ਹੋਏਗਾ it's not going to go to the relevant places. It's not going to be absorbed, assimilated, digest, processed. ਤੁਹਾਨੂੰ ਉਹ nutrients ਮਿਲਣਗੇ ਨਹੀਂ. Sometimes you might hear people say ਅਸੀਂ ਸਭ ਕੁਝ ਖਾਣੇ ਪੀਂਦੇ ਆ body ਨੂੰ ਲੱਗਦਾ ਹੀ ਨਹੀਂ. Yeah, we hear so many people say that. That's why. Because ਜਦੋਂ food ਅੰਦਰ ਜਾਂਦਾ ਤੁਹਾਡਾ ਅਗਨੀ ਠੀਕ ਨਹੀਂ ਹੈ it can't transport it, the nutrients, you're not going to get the nutrients. ਤੁਸੀਂ last week ਵੀ ਇਹ ਬੜੀ ਸੋਹਣੀ ਗੱਲ ਕੀਤੀ ਸੀ listen to your body ਤੇ ਤੁਹਾਡਾ ਸ਼ਰੀਰ ਤੁਹਾਡੇ ਨਾਲ all the time ਗੱਲਾਂ ਕਰ ਰਿਹਾ it's talking to you.
ਤੇ ਹੁਣ ਵੀ ਤੁਸੀਂ ਕਿਹਾ ਕਿ ਲਿਸਨ ਟੂ ਯੋਰ ਬੋਡੀ, ਯੂ نو ਲਾਈਕ ਲਿਸਨ ਟੂ ਯੋਰ ਬੋਡੀ, ਕਿ ਤੁਹਾਡਾ ਸਰੀਰ ਤੁਹਾਨੂੰ ਦੱਸ ਰਿਹਾ ਕਿ ਆ ਮੈਨੂੰ ਨਹੀਂ ਠੀਕ ਹੈਗਾ। ਤੇ ਤੁਸੀਂ ਹਾਜ਼ਮੇ ਦੀ ਗੱਲ ਕੀਤੀ, ਵੀ talked so much on digestion and ਹਾਜ਼ਮਾ। how do I know ਕਿ ਮੈਨੂੰ ਕੋਈ ਚੀਜ਼ ਹਜ਼ਮ ਹੁੰਦੀ ਹੈ ਕਿ ਨਹੀਂ ਹੁੰਦੀ? Okay, so there are but because we are so disconnected, we are so distracted with so much other noise that we don't sit in solitude and actually, like you said, listen to your body, right? Because ਸਾਡਾ ਕਦੇ ਟੀਵੀ ਚੱਲਦਾ, ਕਦੇ ਫੋਨ ਤੇ ਧਿਆਨ ਆ, ਕਦੇ ਕਿਤੇ ਆ, ਕਿ ਐਕਚੁਅਲੀ ਅਸੀਂ ਉਹ ਆਪਣੇ ਆਪ ਦੇ ਨਾਲ ਬਹਿ ਕੇ ਆਪਣੇ ਆਪ ਵੱਲ ਅੰਦਰ ਦੇਖਦੇ ਨਹੀਂ ਹੈਗੇ, ਸਾਨੂੰ ਪਤਾ ਹੀ ਨਹੀਂ ਹੈਗਾ। how can we in the modern life, ਸਾਨੂੰ ਕਿਵੇਂ ਪਤਾ ਚੱਲਦਾ ਕਿ ਮੈਨੂੰ ਕੋਈ ਚੀਜ਼ ਹਜ਼ਮ ਹੋ ਰਹੀ ਹੈ ਕਿ ਨਹੀਂ ਹੋ ਰਹੀ? Right, okay, that's a really brilliant question, and that's something that I speak to all my clients about. So ਅਸੀਂ question ਨੂੰ ਥੋੜਾ ਬਦਲ ਸਕਦੇ ਹਾਂ। ਕਿਸ ਤਰ੍ਹਾਂ ਸਾਨੂੰ ਪਤਾ ਕਿ ਸਾਡਾ ਅਗਨੀ ਸਟਰੋਂਗ ਹੈ ਕਿ ਨਹੀਂ? Okay, ਕਿਸ ਤਰ੍ਹਾਂ ਸਾਨੂੰ ਪਤਾ ਸਾਡਾ ਅਗਨੀ ਬੈਲੈਂਸਡ ਹੈ ਕਿ ਨਹੀਂ? ਜੋ ਸਾਡਾ ਹਾਜ਼ਮਾ, how do we know? Number one is apne sorry to bring a toilet into this, but this is the most important thing. We look at our stools. ਤੁਸੀਂ ਆਪਣੇ stools ਨੂੰ ਦੇਖੋ, ਤੁਹਾਡੇ stools ਕਿਸ ਤਰ੍ਹਾਂ ਹੈ, ਤੁਹਾਨੂੰ constipation? We all know what a healthy one looks like. Absolutely, yeah. So these are things that we ignore, right? Most important things. ਤੁਸੀਂ ਦੇਖੋ, ਤੁਹਾਨੂੰ constipation ਤੇ ਨਹੀਂ ਹੈ, ਤੁਹਾਨੂੰ diarrhea ਤੇ ਨਹੀਂ ਹੈ। You know, look at your bowels. Daughter bowels is a brilliant indicator कि जो तुसी खाते पिन्ने हैं, is it digesting well? Right. Yeah, that's really good advice. Yeah. So you need to look at that. Number 2 is a really good one, is your burps. Oh. अपने डकार देखो। हाँ जी। खान तो बाद, as time goes on, दोनों डकार clear आ रही हैं? Or is it a bit stuck? Is it stuck? And also when it's coming through, can you taste the food? Can you smell the food? If it's coming through, don't नहीं हाले हज़म होया। ਅਸੀਂ दूसरा meal ते शुरू कर देंगे, पहला तो हज़म होया नहीं। I think we need to put, this is really important. So ਜਿਹੜੇ ਅਸੀਂ ਡਕਾਰ ਮਾਰਦੇ ਆ, ਸਾਰਿਆਂ ਦੇ ਨਾਲ ਹੋਇਆ ਹੋਊਗਾ ਕਿ ਜਦੋਂ ਅਸੀਂ ਰੋਟੀ ਖਾ ਕੇ ਅਸੀਂ ਕਹਿ ਦਿੰਦੇ ਆ, I've even had my kids say, oh, that was a bit garlicky, you know, after eating garlic bread. ਕਿ ਜਦੋਂ I'm sorry, ਜਦੋਂ ਅਸੀਂ ਡਕਾਰ ਮਾਰਦੇ ਆ ਕਿ ਸਾਨੂੰ ਫੂਡ ਟੇਸਟ ਹੋ ਰਿਹਾ, not immediately. I know, I understand, but is it of that? ਜੇ ਹੋ ਰਿਹਾ, it means ਕਿ ਉਹ ਸਾਨੂੰ ਨਹੀਂ ਹਜ਼ਮ ਹੋਇਆ। So ਜਿੱਦਾਂ ਹੁਣ again, it's something, if you think about it, we say all the time ਅਸੀਂ ਕਹਿੰਦੇ ਆ ਕਿ ਮੇਰਾ ਹਾਜ਼ਮਾ ਬਹੁਤ ਖਰਾਬ ਆ, ਅਸੀਂ ਕਹਿੰਦੇ ਕਿ oh my god, ਹਾਲੇ ਵੀ ਮੈਨੂੰ ਡਕਾਰ ਆ ਰਹੇ, 3-4 ਘੰਟੇ ਬਾਅਦ ਹਾਲੇ ਵੀ ਉਹ ਚੀਜ਼ ਡਕਾਰ, ਹਾਲੇ ਥੱਲੇ ਗਿਆ ਨਹੀਂ, right? So we know, ਸਾਨੂੰ ਪਤਾ ਕਿ ਫੂਡ ਥੱਲੇ ਗਿਆ ਨਹੀਂ, ਸਾਨੂੰ ਪਤਾ ਹਜ਼ਮ ਨਹੀਂ ਹੋਇਆ, ਪਰ ਅਸੀਂ ਐਕਟ ਨਹੀਂ ਕਰਦੇ, ਅਸੀਂ ਸੋਚਦੇ ਨਹੀਂ, ਅਸੀਂ just think, okay, and right, let's eat the next meal. Right. So ਥੋੜਾ ਧਿਆਨ ਕੋ, really, really important. I think this is really good advice. I'm loving this, ਕਿਉਂਕਿ ਪਹਿਲੇ ਸ਼ੋਅ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਖਾਦੇ ਤੇ ਨਹੀਂ ਖਾਣਾ, that was our advice. ਤੇ ਆ ਹੁਣ ਦੂਜੇ ਸ਼ੋਅ ਦੇ ਵਿੱਚ this is our tip ਕਿ check ਤੁਹਾਡੇ ਡਕਾਰ ਕਿੱਦਾਂ ਦੇ ਆ, is it clear as the time's going on? So we is it not, should we be burping in like it's normal, right? Yes. So after a meal we're digesting, all of these are, but we need to pay sneezing, attention to burping and all the rest of them, and the farting. Let's talk about it, right? Let's talk. I know ਤੁਸੀਂ ਕਿਹਾ ਸੀਗਾ ਕਿ all of these are great. These are all natural urges. So ਤੁਸੀਂ ਕਹਿ ਰਹੇ ਹੋ ਕਿ ਆਪਣੇ ਡਕਾਰਾਂ ਦੇ ਉੱਤੇ ਗੌਰ ਕਰੋ, ਤੇ ਮੈਂ ਕਹਿਣ ਲੱਗੀ ਸੀ ਕਹਾਵਤ ਇੱਕ ਇਹਨਾਂ ਚੀਜ਼ਾਂ ਬਾਰੇ, what you said, but you were telling me ਆਪਾਂ we off camera we were talking about this ਕਿ ਤੁਸੀਂ ਕਹਿ ਰਹੇ ਸੀਗੇ ਕਿ ਆਯੁਰਵੇਦਾ ਦੇ ਵਿੱਚ ਸਾਨੂੰ ਦੱਸਦੇ ਆ ਕਿ ਇਹ ਪਦ, ਛਿੱਕ, ਡਕਾਰ, ਇਹ ਚੀਜ਼ਾਂ, ਅੱਛਾ ਪੰਜਾਬੀ ਦੀ ਕਹਾਵਤ ਚਲੋ ਮੈਂ ਸੁਣਾਈ ਦਿੰਨੀ ਆ ਹੁਣ ਜਦ ਗੱਲ ਛੇੜੀ ਲਈ, ਇਹ ਜ਼ਰੂਰੀ ਗੱਲਾਂ ਨੇ, ਅਸੀਂ ਇਹਨਾਂ ਤੋਂ why we embarrassed of talking about them first of all? I don't know, honestly. Because it is your body. Maybe this is a Western culture thing. Do you think so? Do you know what? It's so funny when ਜਦੋਂ ਅਸੀਂ ਛੋਟੇ ਹੁੰਦੇ ਸੀ, ਅਸੀਂ ਬੈਕ ਹੋਮ ਜਾਂਦੇ ਸੀ, ਡੈਡ ਦੇ ਘਰ ਸਾਰੇ ਇਕੱਠੇ ਹੁੰਦੇ ਸੀ, ਹਾਂਜੀ ਪੰਜਾਬ ਦੇ ਵਿੱਚ ਅਸੀਂ ਇਕੱਠੇ ਹੁੰਦੇ ਸੀ, ਸਾਡੀ ਫੈਮਿਲੀ ਆਹੀ ਗੱਲਾਂ ਕਰਦੇ ਹੁੰਦੀ ਸੀ, ਤੁਹਾਡਾ ਬਾਉਲ ਮੂਵਮੈਂਟ ਕਿਸ ਤਰ੍ਹਾਂ, ਮੇਰਾ ਇਸ ਤਰ੍ਹਾਂ, ਮੈਨੂੰ ਆਇਆ ਨਹੀਂ, ਮੈਨੂੰ this, and you know that's all is ਬੱਚੇ ਹੱਸਦੇ ਹੁੰਦੇ ਸੀ ਕਿ ਤੁਸੀਂ just ਹਮੇਸ਼ਾ ਇਹੀ ਗੱਲਾਂ ਕਿਉਂ ਕਰਦੇ ਰਹਿੰਦੇ ਹੋ, because ਉਹਨੂੰ ਪਤਾ it's so important. ਇਹੀ ਚੀਜ਼ਾਂ ਜਿਸ ਸਾਡੇ ਸਾਇੰਸ ਆ, against body ਸਾਡੇ ਨਾਲ ਬੋਲ ਨਹੀਂ ਸਕਦੀ, but through our digestion, through our elimination, ਸਾਨੂੰ ਸਭ ਕੁਝ ਪਤਾ ਲੱਗਦਾ, we can tell so much from that. ਪੰਜਾਬੀ ਦੀ ਕਹਾਵਤ ਆ, ਪਦ, ਛਿੱਕ ਤੇ ਡਕਾਰ
ਤਿੰਨੇ ਦੇਹ ਦਾ ਸ਼ਿੰਗਾਰ ਸ਼ਾਇਦ ਤੁਸੀਂ ਸੁਣੀ ਵੀ ਹੋਗੀ ਜਿੱਥੇ ਮਰਜੀ ਜਾ ਕੇ ਮਾਰ ਸੋ ਇੱਥੋਂ I want to talk to you about ਕਿਉਂਕਿ ਤੁਸੀਂ ਕਹਿ ਰਹੇ ਸੀਗੇ ਕਿ ਜਿੱਥੇ ਮਰਜੀ ਜਾ ਕੇ ਮਾਰ ਕਿ we don't ਅਸੀਂ ਰੋਕ ਕੇ ਰੱਖਦੇ ਹਾਂ ਅਸੀਂ especially sneezes and gas right ਡਕਾਰ I don't know maybe ਡਕਾਰ ਵੀ ਅਸੀਂ ਥੋੜਾ ਜਿਹਾ ਬਹੁਤ ਅਸੀਂ ਸੋਚਦੇ ਹਾਂ ਕਿ this is not it's not polite it's not etiquette you know ਅਸੀਂ ਕਹਿੰਦੇ ਹਾਂ ਕਿ ਜੀ ਨਹੀਂ ਏਦਾਂ ਨਹੀਂ ਕਰਨਾ ਚਾਹੀਦਾ ਔਰ even ਜਿਵੇਂ ਖੁੱਲ ਕੇ ਛਿੱਕ ਵੀ ਨਹੀਂ ਮਾਰਦੇ ਅਸੀਂ ਦਬਾ ਕੇ ਮਾਰਦੇ ਹਾਂ because we don't want to make too much noise what does Ayurveda say about that and what is your advice on that? You know what, it's amazing, there in the ancient texts there's actually a whole chapter on the suppression of urges. Okay. What happens when ਜਦੋਂ we ਅਸੀਂ ਇਹਨਾਂ ਨੂੰ ਦਬਾ ਦਿੰਦੇ ਹਾਂ ਜਦੋਂ ਅਸੀਂ ਇਹਨੂੰ ਦਬਾ ਦਿੰਦੇ ਹਾਂ ਸਾਡੇ ਬੋਡੀ 'ਚ ਕੀ ਅਸਰ ਹੁੰਦਾ and it has ਬਹੁਤ ਬੁਰੀ ਅਸਰ ਹੁੰਦਾ people don't realize how much ਸਾਡੇ 'ਚ energies are some are going up some are going down ਹਾਂ and ਜਦੋਂ ਅਸੀਂ ਰੋਕਦੇ ਹਾਂ ਅਸੀਂ ਉਹ energies ਨੂੰ block ਕਰ ਦਿੰਦੇ ਹਾਂ and ਉਹਦੇ ਨਾਲ ਸਾਨੂੰ imbalances and problems ਹੋ ਸਕਦੇ ਸਿਹਤ ਵਿੱਚ what kinds of energies are flowing through our body so for example there's one energy called Apanavayu and that's one going down and so ਜਦੋਂ ਅਸੀਂ so for example a lot of people the bar ਹੁੰਦੇ ਆ ਹੋ ਸਕਦਾ they need to go for a wee or they need to go for a poo ਜਾਂਦੇ ਨਹੀਂ ਕਹਿੰਦੇ ਉਹ ਚਾ toilets ਗੰਦੀ ਹੈ ਉਹ ਮੈਂ ਜਾਣਾ a lot of people even ਬੱਚੇ ਵੀ ਘਰ ਜਾ ਕੇ ਉਹ ਰੋਕਣੇ ਨਹੀਂ ਚਾਹੀਦੇ ਕਿਉਂਕਿ ਉਹ ਅਸੀਂ ਜਿਹੜਾ ਉਹ flow our body's working very hard to bring that flow down. Think about what the intelligence of the body has to do to bring it all down. So much goes into the body and ਅਸੀਂ ਉਹ ਰੋਕ ਰਹੇ ਹਾਂ ਜਦੋਂ ਤੁਸੀਂ any natural urge ਨੂੰ ਰੋਕੋਗੇ ਉਹਨਾਂ ਦਾ impact ਹੋਏਗਾ body ਤੇ so is it ever okay to try and you know, I think yeah again certain occasion I think obviously if you're in a situation ਜਿੱਥੇ ਮਜਬੂਰੀ ਹੈ ਨਹੀਂ ਕਰ ਸਕਦੇ you know you don't need to you know but if you're doing it on a regular basis then it's not good the advice is ਕਦੀ ਨਾ ਰੋਕੋ if you can just clear it out work with your body ਐ ਨਹੀਂ ਦੇਖਦਾ ਅੱਛਾ ਤੁਹਾਨੂੰ ਹਾਲੇ ਟੋਇਲਟ ਨਹੀਂ ਮਿਲੇ ਅੱਛਾ I'll stop no body ਨੇ ਆਪਣਾ ਕੰਮ ਕਰਨਾ so you have to work with your body not the other way around but do you think body ਇੱਕ routine ਵੀ ਬਣਾ ਲੈਂਦੀ ਆ ਇੱਕ some people's bodies are like clockwork ਹੈ ਨਾ ਕਿ ਸਵੇਰੇ ਉੱਠੇ ਇੰਨੇ ਵਜੇ ਉਹਨਾਂ ਨੇ ਜਾਣਾ ਹੀ ਜਾਣਾ ਜਾਂ ਇੰਨੇ ਵਜੇ routine ਇਹ ਅਸੀਂ ਆਪਣੀ body ਨੂੰ routine ਦੇ ਵਿੱਚ ਲੈ ਕੇ ਆ ਸਕਦੇ ਆ or is it still quite you know when the urges it will happen or is there a way or because this is all kind of balancing it ਜੇ ਅਸੀਂ ਉਸੇ ਟਾਈਮ ਤੇ ਖਾਣਾ ਸ਼ੁਰੂ ਕਰ ਦਈਏ ਉਹੀ ਚੀਜ਼ਾਂ ਖਾਈਏ will our body become more not in tune you know will it become more scheduled so in an ideal world yes Ayurveda ਕਹਿੰਦਾ ਕਿ ਜਿਹੜੇ ਸਾਡੇ bowel movements ਆ ਉਹ ਸਵੇਰੇ ਆਉਣੇ ਚਾਹੀਦੇ ਆ ਉੱਠ ਕੇ without any stimulation not coffee ਪੀ ਕੇ cigarette ਪੀ ਕੇ laxative ਲਾ ਕੇ naturally ਸਾਨੂੰ ਉੱਠਦੇ ਹੀ straight away ਸਾਨੂੰ ਆਉਣੀ ਚਾਹੀਦੀ ਆ within a reasonable amount of time 15-20 minutes half an hour whatever ਆਉਣੀ ਚਾਹੀਦੀ ਆ some morning and there is a lot you can do for that a lot you can do and that's why we look at diet and lifestyle again ਜਦੋਂ ਤੁਸੀਂ ਆਪਣੇ ਦੋਸ਼ ਦੇ ਹਿਸਾਬ ਨਾਲ right foods ਖਾਣੇ ਆ ਤੁਸੀਂ time is really important ਹੁਣ ਤੁਸੀਂ ਆਪ ਸੋਚੋ ਜੇ ਤੁਸੀਂ ਖਾਣਾ ਬਹੁਤ late ਖਾ ਰਹੇ ਹੋ the body is not having time to digest the body ਦਾ ਵੀ time ਹੁੰਦਾ that's why ਉਹ ਕਹਿੰਦੇ Ayurveda diverging a bit but ਉਹ ਕਹਿੰਦੇ by 10 o'clock ਸਾਨੂੰ ਸੌਣਾ ਚਾਹੀਦਾ because 10 ਵਜੇ ਤੋਂ ਬਾਅਦ ਸਾਡਾ body is doing its elimination process it's getting rid of all the free radicals toxins ਬੜਾ ਕੁਛ livers everything's doing what it needs to do but if we're eating too late and not giving the body enough time to do it ਸਵੇਰੇ ਉੱਠ ਕੇ ਫਿਰ ਕਿਸ ਤਰ੍ਹਾਂ bowel movement ਆਏਗਾ ਕਿਸ ਤਰ੍ਹਾਂ ਠੀਕ ਹੋਏਗਾ so ਬੜਾ ਕੁਛ ਹੈਗਾ ਜਿਹੜਾ ਅਸੀਂ ਕਰ ਸਕਦੇ and if we do these things on long term basis absolutely ਉਹ ਠੀਕ ਹੋ ਸਕਦੇ ਆਪਾਂ ਆ ਐਪੀਸੋਡ ਦੇ ਵਿੱਚ ਹੱਸੇ ਵੀ ਬਹੁਤ ਆ ਆਪਾਂ ਗੱਲਾਂ ਵੀ ਬਹੁਤ ਸਾਰੀਆਂ ਕੀਤੀਆਂ ਐਂਡ ਸਭ ਤੋਂ ਜ਼ਰੂਰੀ ਗੱਲ ਆਪਾਂ ਇਹ ਸਿੱਖੀ ਹੈ ਇਨ ਦਿਸ ਐਪੀਸੋਡ ਇਜ਼ ਕਿ ਇਹਨਾਂ ਚੀਜ਼ ਆਪਣੀ ਬੋਡੀ ਦੀਆਂ ਬੋਡੀ ਵੱਲ ਧਿਆਨ ਦੇ ਕੇ ਤੁਹਾਨੂੰ ਬੋਡੀ ਕੀ ਕਹਿਣਾ ਚਾਹ ਰਹੀ ਹੈ ਉਹਨੂੰ ਸੁਣੋ ਤੇ ਉਹਦੇ ਉੱਤੇ ਅਮਲ ਵੀ ਕਰੋ we're going to talk more about this next week. There's so much to talk about and I think we've only just scratched the surface. Absolutely. So thank you so much Meena ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ and next week ਫਿਰ ਤੁਹਾਨੂੰ ਮਿਲਾਂਗੇ and we'll talk more. Please ਤੁਸੀਂ ਦੇਖਦੇ ਰਹਿਣਾ
ਹਰ ਸੋਮਵਾਰ ਸ਼ਾਮੀ 6:30 ਵਜੇ ਸਿੱਖ ਚੈਨਲ ਦੇ ਉੱਤੇ ਤ੍ਰਿੰਜਣ ਸ਼ੋਅ ਦੇਖਣਾ ਨਾ ਭੁੱਲਣਾ, ਆਪ ਵੀ ਦੇਖਣਾ, ਦੂਜਿਆਂ ਨੂੰ ਵੀ ਦਿਖਾਉਣਾ। ਫਿਰ ਮਿਲਦੇ ਹਾਂ ਨੈਕਸਟ ਵੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।